ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਸਵਾਗਤ ਤੁਹਾਡਾ। ਅੱਜ ਅਸੀਂ ਪਹੁੰਚ ਚੁੱਕੇ ਹਾਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਸੈਮੀਨਾਰਸ ਦੇ ਵਿੱਚ। ਚੰਡੀਗੜ੍ਹ ਦੇ ਵਿੱਚ ਅੱਜ ਸੈਮੀਨਾਰ ਹੈ ਹੋਟਲ JW ਮੈਰੀਅਟ ਦੇ ਵਿੱਚ। ਅੱਜ ਇੱਥੇ ਬਹੁਤ ਸਾਰੇ ਸਟੂਡੈਂਟ ਸੈਮੀਨਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਸ਼ੁਰੂਆਤ ਦੇ ਵਿੱਚ ਹੀ ਬਹੁਤ ਸਟੂਡੈਂਟ 300-400 ਸਟੂਡੈਂਟ ਆਲਰੇਡੀ ਪਹੁੰਚ ਚੁੱਕੇ ਹੈ। ਸੋ ਉਮੀਦ ਹੈ ਕਿ ਸ਼ਾਮ ਤੱਕ ਹੋਰ ਵੀ ਬਹੁਤ ਸਾਰੇ ਸਟੂਡੈਂਟ ਪਹੁੰਚਣਗੇ। US ਕੈਨੇਡਾ, ਆਸਟ੍ਰੇਲੀਆ, ਜਰਮਨੀ, ਹਰ ਕੰਟਰੀ ਦੇ ਆਲਮੋਸਟ ਜਿਹੜੇ ਟੌਪ ਦੇ ਕਾਲਜ ਯੂਨੀਵਰਸਿਟੀਜ਼ ਨੇ ਉਹਨਾਂ ਦੇ ਡੈਲੀਗੇਟਸ ਅੱਜ ਆਏ ਹੋਏ ਨੇ। ਸੋ ਸਟੂਡੈਂਟਸ ਨੂੰ ਇਹਨਾਂ ਸੈਮੀਨਾਰ ਦੇ ਵਿੱਚ ਮੌਕਾ ਮਿਲੇਗਾ ਉਹਨਾਂ ਡੈਲੀਗੇਟਸ ਦੇ ਨਾਲ ਡਾਇਰੈਕਟ ਮਿਲਣ ਦਾ, ਡਾਇਰੈਕਟ ਆਪਣੇ ਡਾਊਟਸ ਨੂੰ ਕਲੀਅਰ ਕਰਨ ਦਾ। ਸੋ ਜਿਵੇਂ ਕਿ ਅਸੀਂ ਮਿਸਟਰ ਜਸਮੀਤ ਭਾਟੀਆ ਜੀ ਦੇ ਨਾਲ ਪਹਿਲਾਂ ਵੀ ਗੱਲ ਕੀਤੀ ਸੀ, ਉਹਨਾਂ ਨੇ ਵੀ ਦੱਸਿਆ ਸੀਗਾ ਕਿ ਇੱਥੇ ਮੌਕੇ 'ਤੇ ਅਸੈਸਮੈਂਟ ਵੀ ਹੋ ਸਕਦੀਆਂ ਨੇ। ਅੱਜ ਬਹੁਤ ਸਟੂਡੈਂਟ ਕਾਉਂਸਲਿੰਗ ਲੈਣ ਲਈ ਪਹੁੰਚੇ ਨੇ। ਬਹੁਤ ਸਾਰੇ ਸਟੂਡੈਂਟ ਨੂੰ ਵੀਜ਼ਾ ਹੈਂਡਓਵਰਸ ਵੀ ਕੀਤੇ ਜਾਣਗੇ। ਸੋ ਤੁਹਾਨੂੰ ਵੀ ਇਹ ਸੈਮੀਨਾਰ ਦੇ ਵਿੱਚ ਲੈ ਕੇ ਚੱਲਦੇ ਕਿ ਕੀ ਕੁਝ ਖਾਸ ਰਹਿਣ ਵਾਲਾ ਇਹਨਾਂ ਸੈਮੀਨਾਰਸ ਦੇ ਵਿੱਚ, ਕਿੱਦਾਂ ਸਟੂਡੈਂਟ ਪਹੁੰਚੇ ਨੇ, ਕਿੱਦਾਂ ਉਹਨਾਂ ਦੇ ਵਿੱਚ ਪੂਰਾ ਜੋਸ਼ ਤੇ ਜਜ਼ਬਾ ਹੈਗਾ ਆਪਣੇ ਫਿਊਚਰ ਨੂੰ ਲੈ ਕੇ, ਕਿਸ ਤਰ੍ਹਾਂ ਉਹ ਜਿਹੜੀਆਂ ਅਸੈਸਮੈਂਟ ਕਰਵਾ ਰਹੇ ਨੇ, ਕਿਸ ਤਰ੍ਹਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾ ਰਹੀ ਹੈ, ਕਿੱਦਾਂ ਦਾ ਉਹਨਾਂ ਦਾ ਐਕਸਪੀਰੀਅੰਸ ਹੈ। ਅਤੇ ਨਾਲ ਦੀ ਨਾਲ ਮੈਂ ਕਾਲਜ ਯੂਨੀਵਰਸਿਟੀਜ਼ ਦੇ ਡੈਲੀਗੇਟਸ ਦੇ ਨਾਲ ਵੀ ਗੱਲ ਕਰਾਂਗੀ ਤਾਂ ਕਿ ਤੁਹਾਨੂੰ ਡਾਇਰੈਕਟ ਉਹਨਾਂ ਦੇ ਮੂੰਹੋਂ ਉਹਨਾਂ ਦੇ ਕਾਲਜ ਯੂਨੀਵਰਸਿਟੀਜ਼ ਬਾਰੇ ਪਤਾ ਲੱਗ ਸਕੇ। ਤਾਂ ਚਲੋ ਚੱਲਦੇ ਹਾਂ। मतलब वधिया नॉलेज मिली है, पता चलिया भी किहड़ी कंट्री 'ਚ जाना चाहिए है और मतलब की उत्ते फैसिलिटीज़ हैगियां। ਸਾਰੇ ਜੋ ਡਾਊਟ ਸੀਗੇ ਕਲੀਅਰ ਹੋ ਗਏ। हाँ जी, एडवांटेजेस भी पता लगे ने की है। हाँ जी, बहुत वधिया सीगे। ਸੋ ਪਹਿਲੀ ਗੱਲ ਤਾਂ ਆਪਾਂ ਕੰਟਰੀ ਦੀ ਗੱਲ ਕਰੀਏ ਤਾਂ ਕੈਨੇਡਾ, ਆਸਟ੍ਰੇਲੀਆ, ਜਰਮਨੀ, USA ਤੋਂ ਇੱਥੇ ਡੈਲੀਗੇਟਸ ਅਵੇਲੇਬਲ ਹੈਗੇ ਆ। ਸੋ ਔਰ ਪਬਲਿਕ ਯੂਨੀਵਰਸਿਟੀਜ਼ ਤੋਂ ਡੈਲੀਗੇਟਸ ਅਵੇਲੇਬਲ ਹੈਗੇ ਆ। ऑनलाइन टाइम में वीज़ा आ गया 18 दिन में आ गया था। 18 दिन में आ ਗਿਆ ਤਾਂ। ਸੋ ਤੁਸੀਂ ਦੇਖ ਸਕਦੇ ਹੋ ਜੀ ਲਾਈਵ ਐਗਜ਼ਾਮਪਲ, 2 ਟਾਈਮ ਰਿਫਿਊਜ਼ਲ, ਉਸ ਤੋਂ ਬਾਅਦ 18 ਦਿਨ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਇਹਨਾਂ ਦਾ ਵੀਜ਼ਾ ਜਿਹੜਾ ਹੈ ਸੋ ਬਹੁਤ ਸਾਰੇ ਸਟੂਡੈਂਟ ਇਨਫੋਰਮੇਸ਼ਨ ਲੈ ਚੁੱਕੇ ਨੇ ਔਰ ਮੈਨੂੰ ਲੱਗਦਾ ਕਿ ਹੱਲੇ ਵੀ ਹੋਰ ਅਸੀਂ 400 ਹੋਰ ਬੱਚਿਆਂ ਨੂੰ ਇਨਫੋਰਮੇਸ਼ਨ ਦੇਵਾਂਗੇ। ਸੋ ਕਿੱਦਾਂ ਲੱਗਾ ਅੱਜ ਕਾਉਂਸਲਿੰਗ ਲੈ ਕੇ ਤੁਹਾਨੂੰ? ਬਹੁਤ ਵਧੀਆ ਲੱਗਿਆ। ਨਵੀਂ ਨਵੀਂ ਇਨਫੋਰਮੇਸ਼ਨ ਮਿਲੀ, ਮਤਲਬ ਬਹੁਤ ਨਵਾਂ ਕੁਝ ਜਾਣਨ ਨੂੰ ਮਿਲਿਆ। ਕਿਸੇ ਵੀ ਕੰਸਲਟੈਂਟ ਨੂੰ ਕੋਈ ਲੱਖਾਂ ਰੁਪਏ ਦੇਣ ਦੀ ਲੋੜ ਨਹੀਂ ਹੈਗੀ ਜਦੋਂ ਫ੍ਰੀ ਆਫ ਕਾਸਟ ਸਰਵਿਸਿਜ਼ ਲੈਂਡਮਾਰਕ ਇਮੀਗ੍ਰੇਸ਼ਨ ਤੁਹਾਨੂੰ ਪ੍ਰੋਵਾਈਡ ਕਰ ਰਿਹਾ। ਕਿੰਨੇ ਨੰਬਰ ਦੇਣਾ ਚਾਹੋਗੇ ਅਗਰ ਨੰਬਰ ਦੀ ਗੱਲ ਕਰੀਏ ਆਪਾਂ ਆਊਟ ਆਫ 10? 10/10। ਸੋ ਕਿੱਦਾਂ ਦੀ ਲੱਗੀ ਕਾਉਂਸਲਿੰਗ? ਬਹੁਤ ਵਧੀਆ ਸਮਝਾਇਆ ਸਾਨੂੰ ਜੀ, ਦੱਸਿਆ ਵੀ ਕਿਹੜੀ ਯੂਨੀਵਰਸਿਟੀ ਲੈਣੀ ਚਾਹੀਦੀ, ਕਿਹੜੇ ਦੇਸ਼ ਕੈਨੇਡਾ ਉਹ ਜਾਣਾ ਚਾਹੀਦਾ ਸਿਟੀ। ਬਹੁਤ ਵਧੀਆ ਲੱਗਿਆ। ਇੱਕ ਸਟੂਡੈਂਟ ਜਿਨ੍ਹਾਂ ਦਾ ਨਾਮ ਹੈ ਨਵਜੋਤ ਸਿੰਘ ਮੇਰੇ ਨਾਲ ਖੜੇ ਆ। ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਹੈ ਉਹ ਕਿੰਨੀ ਦੇਰ 'ਚ ਆ ਗਿਆ ਤੇ ਕਦੋਂ ਇਹਨਾਂ ਨੇ ਅਪਲਾਈ ਕੀਤਾ ਸੀ, ਇਨਟੇਕ ਕਿਹੜਾ, ਇਹਨਾਂ ਦੀ ਸਟੱਡੀ ਬਾਰੇ ਨਾਲ ਗੱਲਬਾਤ ਕਰਦੇ ਹਾਂ। ਨਵਜੋਤ ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਸਲਾਮਤਪੁਰ ਤੋਂ, ਮੋਹਾਲੀ ਤੋਂ ਹੀ। ਮੋਹਾਲੀ ਤੋਂ ਬਿਲੋਂਗ ਕਰਦੇ ਹੋ ਤੇ ਕਿੰਨੀ ਦੇਰ ਪਹਿਲੇ ਤੁਸੀਂ ਲੈਂਡਮਾਰਕ ਇਮੀਗ੍ਰੇਸ਼ਨ ਦੇ ਵਿੱਚ ਆਪਣਾ ਫਾਈਲ ਜਿਹੜੀ ਉਹ ਲਗਾਈ ਸੀਗੀ? 2 ਮੰਥ ਪਹਿਲਾਂ ਲਗਾਈ ਸੀਗੀ ਜੀ ਅਸੀਂ। ਹਾਂਜੀ, ਇੱਕ ਵਾਰ ਮੇਰਾ ਰਿਫਿਊਜ਼ਲ ਆ ਗਿਆ ਸੀਗਾ ਜੀ, ਬਟ ਫਿਰ ਆਫਟਰ ਰੀਅਪਲਾਈ ਮੇਰਾ ਵੀਜ਼ਾ ਆ ਗਿਆ ਜੀ। ਕਿੰਨੀ ਦੇਰ 'ਚ ਆ ਗਿਆ? ਲਗਭਗ 2 ਮੰਥ ਦੇ ਅੰਦਰ ਆ ਗਿਆ। ਮਤਲਬ 2 ਮਹੀਨੇ ਅੰਦਰ 60 ਡੇਜ਼ ਆਪਾਂ ਕਹਿ ਸਕਦੇ ਹਾਂ ਕਿ 60 ਦਿਨਾਂ ਦੇ ਅੰਦਰ ਵੀਜ਼ਾ ਆ ਗਿਆ। ਹੁਣ ਤੁਸੀਂ ਕੈਨੇਡਾ ਕਿਹੜੀ ਪ੍ਰੋਵਿੰਸ ਦੇ ਵਿੱਚ ਜਾ ਰਹੇ ਹੋ? ਟੋਰਾਂਟੋ ਵਿੱਚ ਜਾ ਰਿਹਾ ਜੀ, ਸੈਨਿਕਲ। ਹਾਂਜੀ, ਟੂਰਿਜ਼ਮ ਮੈਨੇਜਮੈਂਟ ਮੈਨੇਜਮੈਂਟ ਦਾ ਕੋਰਸ ਹੈ। ਤੇ ਇੱਥੇ ਅਗਰ ਸਟੱਡੀ ਦੀ ਗੱਲ ਕਰੀਏ, ਤੁਹਾਡੀ ਇੱਥੇ ਪ੍ਰੀਵੀਅਸ ਸਟੱਡੀ ਕੀ ਹੈ? +2 ਸੀਗੀ ਜੀ ਮੇਰੀ ਆਰਟਸ। ਔਰ ਇਹਦੇ ਬੈਂਡ ਕਿੰਨੇ ਆ? ਮੈਂ 6.5 ਬੈਂਡ ਸੀਗੀ ਜੀ। 6.5 ਬੈਂਡ ਆਲ ਓਵਰ ਸੀਗੀ। ਹਾਂਜੀ। ਤੇ ਹੁਣ ਤੁਸੀਂ ਕਿਹੜਾ ਇਨਟੇਕ ਹੈ ਤੁਹਾਡਾ? ਮੇਰਾ ਮੇਨ ਟੇਕ ਹੈ ਜੀ। ਠੀਕ ਹੈ। ਤੇ ਕਦੋਂ ਹੁਣ ਜਹਾਜ਼ ਚੜ੍ਹ ਰਹੇ ਹੋ ਫਿਰ? ਬਸ 4 ਤਰੀਕ ਨੂੰ ਚੜ੍ਹ ਰਹੀ। ਹਾਂਜੀ, ਜਾ ਰਹੇ ਹੋ। ਅੱਛਾ, ਇਹ ਨਾਲ ਤੁਹਾਡੇ ਤੁਸੀਂ ਫਾਦਰ ग्रैंडफादर है। ਅੱਛਾ, ਕੀ ਕਹਿਣਾ ਚਾਹੋਗੇ ਲੈਂਡਮਾਰਕ ਬਾਰੇ? वेरी नाइस जॉब है जी। मेरा मतलब ओबीडियंट है, हर एक चीज़, कोई प्रॉब्लम नहीं है। ਮਤਲਬ ਤੁਸੀਂ ਹੁਣ ਜਦ ਬੇਟਾ ਕੈਨੇਡਾ ਵਰਗੀ ਕੰਟਰੀ 'ਚ ਜਾ ਰਿਹਾ ਹੈ ਔਰ ਜਿਵੇਂ ਕਿ ਕਈ ਵਾਰ ਰਿਫਿਊਜ਼ਲ ਬੇਟੇ ਨੇ ਕਿਹਾ ਤੁਹਾਡੇ ਨੇ ਕਿ ਰਿਫਿਊਜ਼ ਪਹਿਲੇ ਜਿਹੜੀ ਆਈ ਹੈ ਉਦੋਂ ਤੁਹਾਨੂੰ ਇਹ ਤਾਂ ਨਹੀਂ ਲੱਗਿਆ ਕਿ ਰਿਫਿਊਜ਼ ਹੋ ਗਿਆ, ਹੁਣ ਕੀ ਹੋਊਗਾ? ਹੁੰਦਾ ਤਾਂ ਹੈ ਇਸ ਤਰ੍ਹਾਂ ਪਹਿਲਾਂ, ਲੇਕਿਨ ਸਾਨੂੰ ਕਨਵਿੰਸ ਕੀਤਾ ਗਿਆ ਮੈਡਮ ਵੱਲੋਂ
ਅਸੀਂ ਮੰਨ ਲਿਆ, ਠੀਕ ਹੈ, ਦੁਬਾਰਾ ਅਪਲਾਈ ਕਰੋ, ਅਸੀਂ ਦੁਬਾਰਾ ਅਪਲਾਈ ਕਰ। ਕਿੰਨੇ ਨੰਬਰ ਦੇਣਾ ਚਾਹੋਗੇ ਅਗਰ ਨੰਬਰ ਦੀ ਗੱਲ ਕਰੀਏ ਆਪਾਂ ਆਊਟ ਆਫ 10? ਨੋ 10 ਬਾਈ 10। ਨੰਬਰ ਜਿਹੜੇ ਦੇ ਪੂਰੇ ਨੰਬਰ ਤੁਸੀਂ ਲੈਂਡਮਾਰਕ ਨੂੰ ਦੇਣਾ ਚਾਹੋਗੇ। ਠੀਕ, ਅੱਗੇ ਰੈਫਰੈਂਸ ਅਗਰ ਕਿਸੇ ਨੂੰ ਦੇਣਾ ਹੋਏ ਲੈਂਡਮਾਰਕ ਬਾਰੇ ਤਾਂ ਇਹ ਸਾਰਿਆਂ ਨੂੰ ਆਨਲਾਈਨ ਲੈਂਡਮਾਰਕ 'ਚ ਹੈ। ਪਹਿਲਾਂ 3 ਬੱਚੇ ਸਾਡੇ ਗਏ। 2 ਬੱਚੇ ਗਏ ਆ 2 ਬੱਚੇ ਮੇਰੇ ਲੈਂਡਮਾਰਕ ਥਰੂ ਗਏ ਆ 2019 ਚੋਂ ਮੇਰਾ ਵਾਹ ਪਿਆ ਇਹਨਾਂ ਨਾਲ ਤੇ ਬੇਟੀ ਗਈ ਹੈ, ਮੇਰਾ ਬੇਟਾ ਗਿਆ, ਹੁਣ ਮੈਂ ਹੀ ਮੇਰਾ ਭਤੀਜਾ ਲੱਗਦਾ ਹੈ, ਮੈਂ ਹੀ ਲੈ ਕੇ ਆਇਆ ਸੀਗਾ। ਤੇ ਪੱਲਵੀ ਮੈਡਮ, ਮੀਨਾਕਸ਼ੀ ਮੈਡਮ, ਪ੍ਰਨੀਤ ਮੈਡਮ, ਇਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇਹਨਾਂ ਫਾਈਲ ਤਿਆਰ ਕੀਤੀ ਹੈ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪੂਰੇ ਪਰਿਵਾਰ ਨੂੰ। ਆਹ ਤੁਹਾਡਾ ਪਾਸਪੋਰਟ। ਸੋ ਇੱਥੇ ਬਹੁਤ ਸਾਰੇ ਸਟੂਡੈਂਟ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਸੋ ਬਹੁਤ ਸਾਰੇ ਬੱਚਿਆਂ ਨੂੰ ਦੇ ਵੀਜ਼ੇ ਆਏ, ਉਹਨਾਂ ਨੂੰ ਵੀਜ਼ਾਸ ਵੀ ਨਾਲ ਹੈਂਡਓਵਰ ਕੀਤੇ ਜਾ ਰਹੇ ਨੇ। ਪਰ ਕਈ ਸਟੂਡੈਂਟ, ਜਿਵੇਂ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਸੈਮੀਨਾਰਸ ਦਾ ਹਿੱਸਾ ਜ਼ਰੂਰ ਬਣੋ, ਕਿਉਂਕਿ ਇੱਥੇ ਤੁਹਾਨੂੰ ਬਹੁਤ ਸਾਰੀ ਇਨਫੋਰਮੇਸ਼ਨ ਮਿਲਣ ਵਾਲੀ ਹੈ। ਤੇ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਵੀ ਨੇ ਜੋ ਸੈਮੀਨਾਰ ਦਾ ਪਾਰਟ ਬਣਨ ਲਈ ਆਏ ਨੇ, ਜਿਨ੍ਹਾਂ ਨੇ ਕਾਉਂਸਲਿੰਗ ਲਈ ਹੈਗੀ ਹੈ। ਸੋ ਦੇਖਦੇ ਹਾਂ ਕਿ ਉਹਨਾਂ ਨੂੰ ਕਾਉਂਸਲਰਸ ਦੇ ਨਾਲ ਮਿਲ ਕੇ, ਲੈਂਡਮਾਰਕ ਇਮੀਗ੍ਰੇਸ਼ਨ ਦੇ ਨਾਲ ਮਿਲ ਕੇ ਕਿੱਦਾਂ ਦਾ ਲੱਗਾ, ਕਾਉਂਸਲਿੰਗ ਕਿੱਦਾਂ ਦੀ ਲੱਗੀ, ਔਰ ਅੱਗੇ ਹੁਣ ਉਹਨਾਂ ਦਾ ਕੀ ਮੋਟਿਵ ਹੈਗਾ, ਕਿੱਥੇ ਜਾਣਾ ਚਾਹੁੰਦੇ ਨੇ, ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਅਪਲਾਈ ਕਰਨਗੇ ਜਾਂ ਫਿਰ ਕਿਤੇ ਨਾ ਕਿਤੇ ਉਹਨਾਂ ਨੂੰ ਕੋਈ ਕਮੀ ਪੇਸ਼ੀ ਲੱਗ ਰਹੀ ਹੈ ਜਾਂ ਫਿਰ ਪੂਰਾ ਪਰਫੈਕਟ ਲੱਗ ਰਿਹਾ ਕਿ ਹਾਂ ਸਾਡੇ ਫਿਊਚਰ ਵਾਸਤੇ ਲੈਂਡਮਾਰਕ ਇਮੀਗ੍ਰੇਸ਼ਨ ਬੈਸਟ ਹੈਗਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਗਗਨਪ੍ਰੀਤ ਸਿੰਘ। ਗਗਨ, ਕਿੱਥੋਂ ਆਏ ਹੋ? ਮੈਂ ਮੋਹਾਲੀ। ਅੱਛਾ, ਮੋਹਾਲੀ ਤੋਂ ਹੀ ਆਏ ਹੋ। ਸੋ ਕਾਉਂਸਲਿੰਗ ਹੋ ਗਈ ਹੈ ਤੁਹਾਡੀ? ਸੋ ਕਿੱਦਾਂ ਦੀ ਲੱਗੀ ਕਾਉਂਸਲਿੰਗ? ਉਹ ਵਧੀਆ ਸਮਝਾਇਆ ਸਾਨੂੰ ਜੀ, ਦੱਸਿਆ ਵੀ ਕਿਹੜੀ ਯੂਨੀਵਰਸਿਟੀ ਲੈਣੀ ਚਾਹੀਦੀ, ਕਿਹੜੇ ਦੇਸ਼ ਕੈਨੇਡਾ ਉਹ ਜਾਣਾ ਚਾਹੀਦਾ ਸਿਟੀ। ਬਹੁਤ ਵਧੀਆ ਲੱਗਿਆ। ਇੱਥੇ ਕੀ ਸਟੱਡੀ ਕੀਤੀ ਤੁਸੀਂ? ਮੈਂ ਆਰਟਸ ਕੀਤੀ ਹੈ। ਯੈਸ ਮੈਮ। ਤੇ ਹੁਣ ਕੈਨੇਡਾ ਹੀ ਜਾਣਾ ਸੀਗਾ, ਤੇ ਹੁਣ ਲੈਂਡਮਾਰਕ ਥਰੂ ਅਪਲਾਈ ਕਰੋਗੇ ਜਾਂ ਫਿਰ ਕੋਈ ਹੋਰ? ਯੈਸ ਯੈਸ। ਸੋ ਤੁਸੀਂ ਦੱਸੋ ਜੀ, ਤੁਸੀਂ ਕੀ ਇੱਥੇ ਕੀ ਸਟੱਡੀ ਕੀਤੀ? ਮੈਂ ਆਰਟਸ ਕੀਤੀ +2। ਮੈਂ ਮੋਹਾਲੀ। ਸੋ ਕਿੱਦਾਂ ਇਹ ਸੈਮੀਨਾਰ ਬਾਰੇ ਕਿੱਦਾਂ ਪਤਾ ਲੱਗਾ ਸੀ? ਮੈਮ ਲੀਪ 'ਚ ਸਟੱਡੀ ਕਰਦੇ ਹਾਂ ਜੀ, ਆਈਲੈਟਸ ਦੀ। ਹਾਂਜੀ ਹਾਂਜੀ ਹਾਂਜੀ। ਸੋ ਹੁਣ ਅੱਜ ਕਾਉਂਸਲਿੰਗ ਹੋਈ ਆ ਤੁਹਾਡੀ, ਕਿੱਦਾਂ ਲੱਗਾ ਤੁਹਾਨੂੰ? ਮੈਂ ਬਹੁਤ ਵਧੀਆ ਲੱਗੇ, ਸਾਰੇ ਬੇਸਿਕ ਉਹਨਾਂ ਨੇ ਕਲੀਅਰ ਕੀਤੇ ਜੀ ਸਾਡੇ, ਤੇ ਜਿਹੜੀ ਵੀ ਸਾਨੂੰ ਡਿਫਿਕਲਟੀ ਆਉਂਦੀ ਉਹਦੇ ਬਾਰੇ ਸਾਰਾ ਕੁਝ ਮੈਮ ਨੌਲੇਜ ਦਿੱਤੀ ਉਹਨਾਂ ਨੇ, ਤੇ ਬਹੁਤ ਵਧੀਆ ਲੱਗੀ ਮੈਮ। ਥੋੜਾ ਵਿਜ਼ਨ ਕਲੀਅਰ ਹੋਇਆ ਕਿ ਹਾਂ ਹੁਣ ਮੈਂ ਆਹ ਕਾਲਜ ਲੈ ਸਕਦਾ ਜਾਂ ਫਿਰ ਆਹ ਵਾਲਾ ਕੋਰਸ ਲੈ ਸਕਦਾ ਹੈਗਾ? ਜਿਹੜੇ ਡਾਊਟ ਸੀਗੇ ਮੈਮ ਸਾਰੇ ਕਲੀਅਰ ਹੋ ਗਏ। ਹਾਂਜੀ। ਬੈਸਟ ਕੈਨੇਡਾ ਹੀ ਜਾਣਾ? ਯੈਸ ਮੈਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕਿੱਥੋਂ ਆਏ ਹੋ? ਮੈਮ ਸੰਗਰੂਰ ਤੋਂ ਸੰਗਰੂਰ ਤੋਂ ਆਏ ਹੋ। ਸੋ ਇਹ ਸੈਮੀਨਾਰ ਬਾਰੇ ਕਿੱਦਾਂ ਪਤਾ ਲੱਗਾ ਸੀ? ਮੈਮ ਆਇਲਸ ਕਰਦੇ ਜਿੱਥੇ ਸਾਨੂੰ ਉੱਥੋਂ ਪਤਾ ਲੱਗਿਆ ਵੀ ਸੈਮੀਨਾਰ ਹੈ ਜੀ। ਪਤਾ ਲੱਗਾ ਤੇ ਫਿਰ ਹੋ ਗਈ ਕਾਉਂਸਲਿੰਗ? ਹਾਂਜੀ ਬਹੁਤ ਵਧੀਆ ਹੋਈ ਹੈ ਮੈਮ, ਸਾਰੇ ਡਾਊਟ ਕਲੀਅਰ ਕਰੇ ਨੇ ਮੈਮ। ਮੈਂ ਪਹਿਲਾਂ ਕੈਨੇਡਾ ਜਾਣਾ ਚਾਹੁੰਦਾ ਸੀ, ਬਟ ਹੁਣ ਮੈਂ USA ਦੀ ਕਾਉਂਸਲਿੰਗ ਲਈ ਹੈ। ਮੈਨੂੰ ਆਪਦੇ ਆਪ ਨੂੰ ਲੱਗਦਾ ਵੀ ਮੇਰੀ ਸਕੋਪ USA 'ਚ ਵੱਧ ਹੈ ਐਜ਼ ਕੰਪੇਅਰ ਟੂ ਕੈਨੇਡਾ। ਠੀਕ ਹੈ, ਹੁਣ ਕੈਨੇਡਾ ਡ੍ਰੌਪ ਕਰਕੇ ਹੁਣ US ਜਾਓਗੇ? USA ਜਾਊਂਗੇ, ਬਾਅਦ 'ਚ ਮੈਂ ਬ੍ਰਦਰ ਸਿਸਟਰ ਹੈ, ਮੈਂ ਕੈਨੇਡਾ ਜਾਵਾਂ। ਕੀ ਪ੍ਰੋਫਾਈਲ ਕੀ ਇੱਥੋਂ ਦਾ? ਮੈਂ +2 ਜੈਸ ਵਿਦ ਆਰਟਸ। ਅੱਛਾ, ਵਿਦ ਆਰਟਸ। ਜੈਸ ਮੈਮ। ਸੋ ਹੁਣ ਲੈਂਡਮਾਰਕ ਤੋਂ ਹੀ ਅਪਲਾਈ ਕਰੋਗੇ? ਜੈਸ ਮੈਮ ਲੈਂਡਮਾਰਕ ਨੂੰ ਆਬਵੀਅਸਲੀ ਮੈਮ ਬ੍ਰਦਰ ਨੇ ਵੀ ਇੱਥੇ ਕੋਈ ਬਹੁਤ ਵਧੀਆ, ਸਾਰੇ ਮਿਲ ਕੇ ਸਟਾਫ ਬਹੁਤ ਵਧੀਆ ਨੇਗੇ, ਕੋਆਪਰੇਟ ਕਰਦੇ ਨੇਗੇ, ਤੇ ਵੀ ਹੁਣ ਮੈਂ ਮੇਰੇ ਬ੍ਰਦਰ ਦੀ ਵੀ ਇੱਥੇ ਸਕਸੈਸ। ਜੈਸ ਮੈਮ। ਮੈਮ ਸੈਪਟੈਂਬਰ ਇਨਟੇਕ। ਜੈਸ मैम मैम देना मैम मेरे ने भी देना 6+ तो आने चाहिए मैम। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ? ਮੈਂ ਵਿਲੇਜ ਚਾਂਪੁਰ ਤੋਂ। ਸੌਰੀ? ਵਿਲੇਜ ਚਾਂਪੁਰ ਤੋਂ। ਓਕੇ ਠੀਕ ਹੈ। ਕਿੱਦਾਂ ਇਹ ਸੈਮੀਨਾਰ ਬਾਰੇ ਕਿੱਦਾਂ ਨੌਲੇਜ ਮਿਲੀ ਸੀ? ਮਤਲਬ ਵਧੀਆ ਨੌਲੇਜ ਮਿਲੀ ਹੈ, ਪਤਾ ਚੱਲਿਆ ਵੀ ਕਿਹੜੀ ਕੰਟਰੀ 'ਚ ਜਾਣਾ ਚਾਹੀਦਾ ਹੈ, ਔਰ ਮਤਲਬ ਕੀ ਉੱਥੇ ਫੈਸਿਲਿਟੀਜ਼ ਹੈਗੀਆਂ ਹੈ, ਵੀ ਕਿਹੜੀ ਜੋਬ ਦੀ ਪ੍ਰੋਸੀਜਰਸ ਹੈਗੀਆਂ ਹੈ, ਹਨਾ, ਤਾਂ ਕਰਕੇ ਵਧੀਆ ਪਤਾ ਚੱਲਿਆ ਸਾਨੂੰ ਇੱਥੇ ਆ ਕੇ। ਕਿਹੜੀ ਕੰਟਰੀ 'ਚ ਜਾਓਗੇ? ਬਟ ਮੇਰਾ ਆਸਟ੍ਰੇਲੀਆ ਦਾ ਹੈ ਜ਼ਿਆਦਾ। ਹਾਂਜੀ, ਵੈਸੇ ਵੀ ਆਸਟ੍ਰੇਲੀਆ ਦਾ ਹੀ ਮਨ ਸੀਗਾ? ਹਾਂਜੀ, ਆਸਟ੍ਰੇਲੀਆ ਦਾ ਹੀ ਸੀਗਾ, ਕਿਉਂਕਿ ਉੱਥੇ ਮੇਰੀ ਫੈਮਿਲੀ ਹੈ ਨਾ, ਫੈਮਿਲੀ ਕੋਲ ਜਾ ਕੇ। ਓਕੇ। ਤੇ ਇੱਥੇ ਕੀ ਸਟੱਡੀ ਕੀਤੀ ਹੈ ਤੁਸੀਂ? ਮੈਂ +2 ਕੀਤੀ ਹੈ, +2 ਤੋਂ ਬਾਅਦ ਆਇਲਸ ਸਟਾਰਟ ਕੀਤੀ ਹੈ।
ਸਟਾਰਟ ਕੀਤੀ ਹੁਣ ਸਤੰਬਰ ਇਨਟੇਕ ਵਾਸਤੇ ਜਾਓਗੇ ਹੈ ਨਾ। ਸੋ ਕੀ ਕੋਰਸ ਵਗੈਰਾ ਕੁਝ ਖੁਦ ਵੀ ਸੋਚਿਆ ਸੀਗਾ ਕਿ ਇਹਨਾਂ ਨੇ ਹੁਣ ਸੁਜੈਸਟ ਕਰਤਾ ਕਿ ਆਹ ਕੋਰਸ ਤੁਹਾਡੇ ਲਈ ਬੈਸਟ ਰਹੇਗਾ, ਕਾਲਜ ਬੈਸਟ ਰਹੇਗਾ? ਇਹਨਾਂ ਨੇ ਵੀ ਦੱਸਿਆ ਹੈ ਬਟ ਮੇਰੇ ਆਪਣੇ ਤੇ ਵੀ ਕੰਪਿਊਟਰ ਦਾ ਸੀਗਾ, ਬਟ ਇਹਨਾਂ ਨੇ ਮੈਨੂੰ ਦੱਸਿਆ ਹੈ ਕਿ ਵੀ ਤੁਹਾਡੇ ਆਸਟ੍ਰੇਲੀਆ ਵਿੱਚ ਸਿੰਗਿੰਗ ਵੀ ਵਧੀਆ ਹੁੰਦੀ ਹੈ, ਸਿੰਗਿੰਗ ਸਿਖਾਉਣੀ ਹੈ, ਫਿਰ ਡਾਂਸਿੰਗ ਵਗੈਰਾ ਹੈਗੀ ਹੈ। ਬਟ ਮੇਰੇ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਮੇਰੀ ਭੰਗੜੇ 'ਚ ਜ਼ਿਆਦਾ ਉਹ ਵਧੀਆ ਹੈ, ਤਾਂ ਕਰਕੇ ਉਹਨਾਂ ਨੇ ਮੈਨੂੰ ਉੱਧਰ ਨੂੰ ਦੱਸਿਆ ਹੈ ਵੀ ਤੁਸੀਂ ਉਹ ਕੋਚਿੰਗ ਕਿੱਦਾਂ ਦੇ ਸਕਦੇ ਹੋ ਬਾਹਰ ਜਾ ਕੇ। ਚਲੋ ਠੀਕ ਹੈ, ਉਹੀ ਜੋ ਤੁਸੀਂ ਚਾਹੁੰਦੇ ਹੋ ਉੱਦਾਂ ਦਾ ਕੋਰਸ ਦੇ ਰਹੇ ਨੇ ਹੈ ਨਾ। ਚਲੋ ਜੀ, ਆਲ ਦੀ ਬੈਸਟ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਸੋ ਤੁਹਾਡਾ ਕੀ ਨਾਮ ਹੈ? ਜਸਪ੍ਰੀਤ ਕੌਰ, ਜਸਪ੍ਰੀਤ, ਕਿੱਥੋਂ ਆਏ ਹੋ ਤੁਸੀਂ? ਲੋਕਲ ਚੰਡੀਗੜ੍ਹ। ਲੋਕਲ ਚੰਡੀਗੜ੍ਹ ਤੋਂ। ਤੁਹਾਨੂੰ ਲੈਂਡਮਾਰਕ ਬਾਰੇ ਕਿੱਦਾਂ ਪਤਾ ਲੱਗਾ ਸੀ ਇਹ ਸੈਮੀਨਾਰ? ਰੈਫਰੈਂਸ ਦਿੱਤੀ ਸੀਗੀ ਰਵਨੀਤ ਮੈਮ ਨੇ। ਯੈਸ। ਓਕੇ ਠੀਕ ਹੈ। ਤੇ ਹੁਣ ਕੀ ਇੱਥੇ ਕੀ ਸਟੱਡੀ ਕੀਤੀ ਹੈ ਤੁਸੀਂ? ਆਇਲਸ ਕਰ ਰਹੇ ਹਾਂ। ਹਾਂਜੀ ਹਾਂਜੀ, 12th ਪਾਸ ਆਊਟ। ਕਿੱਥੇ ਜਾਓਗੇ? ਕੈਨੇਡਾ। ਕਾਉਂਸਲਿੰਗ ਕੈਨੇਡਾ ਦੀ ਲਈ ਹੈ? ਹਾਂਜੀ, ਕੈਨੇਡਾ ਲਈ। ਕਿੱਦਾਂ ਦੀ ਲੱਗੀ ਕਾਉਂਸਲਿੰਗ? ਬਹੁਤ ਵਧੀਆ ਸੀਗੀ। ਪ੍ਰੋਪਰ ਅੱਛੇ ਸਾਰੇ ਜੋ ਡਾਊਟ ਸੀਗੇ ਕਲੀਅਰ ਹੋ ਗਏ? ਹਾਂਜੀ, ਐਡਵਾਂਟੇजेस ਵੀ ਪਤਾ ਲੱਗੇ ਨੇ ਕੀ ਹੈ। ਹਾਂਜੀ, ਬਹੁਤ ਵਧੀਆ ਸੀਗੇ। ਕਿਹੜੇ ਕਾਲਜ ਬਾਰੇ ਕਾਉਂਸਲਿੰਗ ਲਈ ਆ, ਕਿਹੜਾ ਕੋਰਸ ਸੋਚਿਆ? BBA। ਹਾਂਜੀ। ਕਿਹੜੀ ਜਗ੍ਹਾ ਤੇ ਜਾਓਗੇ? ਅਲਬਰਟਾ। ਹਾਂਜੀ। ਪਹਿਲਾਂ ਵੀ ਅਲਬਰਟਾ ਹੀ ਸੋਚਿਆ ਸੀ? ਹਾਂਜੀ, ਅਲਬਰਟਾ। ਕੋਈ ਰਹਿੰਦਾ ਉੱਥੇ ਆਪਣਾ? ਨਹੀਂ, ਫਿਲਹਾਲ ਤਾਂ ਕੋਈ ਨਹੀਂ ਹੈ। ਠੀਕ ਹੈ ਜੀ। ਪੂਰਾ ਸੈਟੀਸਫਾਈਡ ਹੋ ਨਾ ਪੂਰੇ ਸਵਾਲਾਂ ਦੇ ਜਵਾਬ? ਹਾਂਜੀ ਹਾਂਜੀ ਹਾਂਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਅਰਸ਼ਦੀਪ ਕੌਰ ਹੈ। ਹਰਸ਼, ਕਿੱਥੋਂ ਆਏ ਹੋ? ਮੈਂ ਖਰੜ ਤੋਂ ਹਾਂ, ਬੇਸਿਕਲੀ ਮੋਹਾਲੀ। ਅੱਛਾ, ਖਰੜ ਤੋਂ ਹੀ ਆਏ ਹੋ। ਇਹ ਸੈਮੀਨਾਰ ਬਾਰੇ ਕਿੱਦਾਂ ਪਤਾ ਲੱਗਾ ਸੀ? ਮੈਮ ਮੈਂ ਲੈਂਡਮਾਰਕ ਦੇ ਉੱਥੇ ਇੰਸਟੀਚਿਊਟ ਤੋਂ ਪਤਾ ਲੱਗਿਆ, ਉੱਥੇ ਹੀ ਅਸੀਂ ਆਇਲਸ ਲਈ ਉੱਥੇ ਹੀ ਉਹ ਕੀਤਾ ਐਡਮਿਸ਼ਨ। ਹਾਂਜੀ। ਸੋ ਕਿੱਦਾਂ ਲੱਗਾ ਅੱਜ ਕਾਉਂਸਲਿੰਗ ਲੈ ਕੇ ਤੁਹਾਨੂੰ? ਬਹੁਤ ਵਧੀਆ ਲੱਗਿਆ, ਨਵੀਂ ਇਨਫੋਰਮੇਸ਼ਨ ਮਿਲੀ, ਮਤਲਬ ਬਹੁਤ ਨਵਾਂ ਕੁਝ ਜਾਣਨ ਨੂੰ ਮਿਲਿਆ ਕਾਲਜਿਸ ਬਾਰੇ ਕਿ ਬੈਸਟ ਜੌਬ ਓਪਰਚੁਨਿਟੀਜ਼ ਕਿਹੜੀਆਂ ਹੈ, ਕਿ ਕਰੀਅਰ ਕਿਵੇਂ ਬਿਲਡ ਕਰ ਸਕਦੇ ਆ ਫਿਊਚਰ 'ਚ, ਕੈਨੇਡਾ 'ਚ PR ਕਿੱਦਾਂ ਮਿਲ ਸਕਦੀ ਹੈ। ਪ੍ਰੋਪਰ PR ਦਾ ਪੂਰਾ ਸਮਝਾ ਦਿੱਤਾ ਗਿਆ? ਹਾਂਜੀ ਮੈਮ। ਠੀਕ ਹੈ। ਕੈਨੇਡਾ ਹੀ ਜਾਣਾ ਹੈ? ਹਾਂਜੀ ਮੈਮ। ਓਕੇ। ਸੋ ਹੁਣ ਵੀਜ਼ਾ ਲੈਂਡਮਾਰਕ ਤੇ ਹੀ ਅਪਲਾਈ ਕਰੋਗੇ? ਮੈਂ ਸੋਚਿਆ ਤਾਂ ਲੈਂਡਮਾਰਕ ਤੋਂ ਹੈ, ਬਾਕੀ ਦੇਖਦੇ ਹਾਂ ਫਿਊਚਰ 'ਚ ਕੀ ਗਿਆ। ਮੈਂ ਤਾਂ ਹਜੇ ਤੱਕ ਲੈਂਡਮਾਰਕ ਤੋਂ ਹੀ ਸੋਚਿਆ ਸੀ, ਲੈਂਡਮਾਰਕ ਤੋਂ ਹੀ ਆਇਲਸ ਕਰਕੇ ਉੱਧਰੋਂ ਹੀ ਵੀਜ਼ਾ ਲਵਾ ਲਾਂਗੇ। ਅੱਜ ਤੋਂ ਕਿੰਨੇ ਬੈਂਡ ਆ ਜਾਣਗੇ? 7 7.5 ਆ ਜਾਣਗੇ ਆਰਾਮ ਨਾਲ। ਠੀਕ ਹੈ ਜੀ, ਆਲ ਦੀ ਬੈਸਟ। ਥੈਂਕ ਯੂ ਮੈਮ। हेलो सत श्री अकाल जी। हाँ जी, सत श्रीकाल जी। कितों आए तुसी? मैं जीरकपुर से जी। हाँ जी। कैसे ये सेमिनार के बारे में कैसे पता चला? मैं फेसबुक पे देखा था और पेपर में ऐड देखी थी। ओके। तो किसके लिए काउंसलिंग लेने आए हो आप यहाँ पे? टूरिस्ट वीज़ा के लिए। टूरिस्ट वीज़ा। मिल गई है काउंसलिंग प्रॉपर? कौन सी कंट्री का? कनाडा के। कनाडा। हाँ जी। सो कैसे कोई रहता है वहाँ पे? हाँ, बेटा है मेरा ना। बेटा वो हाँ। लैंडमार्क के थ्रू गया था कि? नहीं, वो कहीं और से गए थे। हाँ, स्टडी वीज़ा पे गया था। हाँ जी। सो कैसी लगी आपको काउंसलिंग? नहीं, बहुत अच्छा लगा जी। हाँ, बढ़िया लगा। चलो जी, हाँ फिर अभी अप्लाई कर रहे हो? हाँ, कर रहा हूँ जी। ओके जी, ऑल द बेस्ट। थैंक यू जी। ਸੋ ਜਿਵੇਂ ਕਿ ਲੈਂਡਮਾਰਕ ਇਮੀਗ੍ਰੇਸ਼ਨ ਦੇ ਅੱਜ ਦੇ ਸੈਮੀਨਾਰ ਦੇ ਵਿੱਚ ਅਸੀਂ ਕਿਹਾ ਕਿ ਅਲੱਗ-ਅਲੱਗ ਕਾਲਜ ਦੇ ਜਿਹੜੇ ਡੈਲੀਗੇਟਸ ਉਹ ਵੀ ਪਹੁੰਚੇ ਹੋਏ ਨੇ, ਜੋ ਰਿਪਰੈਜ਼ੈਂਟ ਕਰ ਰਹੇ ਨੇ। ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਣ ਦਾ ਮੌਕਾ ਮਿਲ ਰਿਹਾ। ਸੋ ਮੈਂ ਵੀ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਹਾਂ ਕਿ ਕਿੱਦਾਂ ਦਾ ਕਾਲਜ ਹੈਗਾ ਤਾਂ ਕਿ ਸਟੂਡੈਂਟਸ ਨੂੰ ਕਲੀਅਰ ਹੋ ਸਕੇ। ਸੋ ਹੈਲੋ ਸਰ, ਸਰ ਕੀ ਨਾਮ ਹੈ ਕਾਲਜ ਦਾ? Saskatchewan Polytechnic from the province of Saskatchewan, Canada. सो सर इस कॉलेज के बारे में और बताइए कि कहाँ पे लोकेट तो बता ही दिया, क्या एटमॉस्फेयर रहेगा और क्या फैसिलिटीज़ जो हैं वो आप हमारे स्टूडेंट को प्रोवाइड करें? या सो ये पब्लिक कॉलेज है इन द प्रोविंस ऑफ सस्कैचुअन। हमारे 4 कैंपसेस हैं, रजाइना, सस्कटून, मूज और प्रिंस एल्बर्ट में। वी ऑफर ऑल प्रोग्राम्स UG एंड PG और सारे सेक्टर्स में हैं, बिजनेस, IT, इंजीनियरिंग, हॉस्पिटैलिटी, ह्यूमन सर्विसेज, हेल्थ केयर, ट्रांसपोर्टेशन। सो सारे टाइप के प्रोग्राम्स हैं, अंडर ग्रेजुएट और पोस्ट ग्रेजुएट भी हैं हमारे प्रोग्राम। एलिजिबिलिटी क्राइटेरिया सब प्रोग्राम्स की डिफरेंट होती है। अंडर ग्रेजुएट में +2 चाहिए, इंजीनियरिंग प्रोग्राम्स में मैथ्स और फिज़िक्स होना चाहिए। सो हर एक प्रोग्राम की डिफरेंट रिक्वायरमेंट है, वो तो प्रोग्राम के अकॉर्डिंग है। बट
जनरली आइल्स की रिक्वायरमेंट कॉमन है हमारी 6.5 ओवरऑल। क्या बाकी फैसिलिटीज़ की अगर मैं बात करूँ स्टूडेंट्स के लिए, क्या आपका कॉलेज कौन सी फैसिलिटीज़ जो है बाकी कॉलेज से डिफरेंट जो हमारे स्टूडेंट को प्रोवाइड फैसिलिटीज़ तो मेरे ख्याल से सारे जितने पब्लिक कॉलेज है कनाडा के सबकी लगभग सेम ही होती है। लॉट ऑफ सपोर्ट सर्विसेज देयर, लॉट ऑफ अदर थिंग्स। पर सस्कैचुअन पॉलिटेक्निक का एक एडवांटेज ये है, वी आर द ओनली पब्लिक कॉलेज इन द प्रोविंस, द लार्जेस्ट कॉलेज। सो जो जितने भी एम्प्लॉयर्स हैं हमारे प्रोविंस के, जितनी इंडस्ट्रीज़ हैं, जितने हमारे प्रोग्राम्स हैं, वो सारे प्रिपेयर करते हैं स्टूडेंट्स को जॉब के लिए। दे आर वेरी जॉब फोकस, टोटली एम्प्लॉयबल। दैट इज़ वाई हमारा 96% ग्रेड प्लेसमेंट रेट है। सो हमारे सारे प्रोग्राम बहुत अप्लाइड, हैंड्स ऑन, जॉब ओरिएंटेड हैं। सो दैट इज़ आवर स्पेशलाइजेशन। प्लस सस्कैचुअन में इस टाइम एक प्रोग्राम चल रहा है, प्रोविंशियल नॉमिनी प्रोग्राम, जिसका नाम है SINP, सस्कैचुअन इमिग्रेंट नॉमिनी प्रोग्राम, जो स्टूडेंट्स और पेरेंट्स वेबसाइट पे गवर्नमेंट की जाके चेक कर सकते हैं। उसमें कुछ फैसिलिटीज़ हैं जो स्टूडेंट्स हमारे यहाँ से ग्रेजुएट करेंगे और उनके पास जॉब होगी सस्कैचुअन में, उनका PR थोड़ा फास्ट हो जाता है। थैंक यू सो मच। थैंक यू सो मच। ਸੋ ਜਿਵੇਂ ਮੈਂ ਦੱਸਿਆ ਕਿ ਅਲੱਗ-ਅਲੱਗ ਕੰਟਰੀਜ਼ ਤੋਂ ਡੈਲੀਗੇਟਸ ਆਏ ਹੋਏ ਨੇ। ਹੁਣ ਜਰਮਨੀ ਦੀ ਜਦੋਂ ਅਸੀਂ ਹਮੇਸ਼ਾ ਆਪਣੇ ਸ਼ੋਜ਼ ਦੇ ਵਿੱਚ ਵੀ ਗੱਲ ਕੀਤੀ ਹੈਗੀ ਹੈ, ਸਟੂਡੈਂਟ ਬਹੁਤ ਜ਼ਿਆਦਾ ਇੰਟਰਸਟਿਡ ਹੈਗਾ ਜਰਮਨੀ ਜਾਣ ਦੇ ਲਈ। ਬਹੁਤ ਸਟੂਡੈਂਟ ਗਏ ਵੀ ਨੇ, ਸੈਟਲਮੈਂਟ ਵੀ ਹੋ ਚੁੱਕੀ ਹੈ। ਤੇ ਜਰਮਨੀ ਦਾ ਹੁਣ ਇਸ ਟਾਈਮ ਦਾ ਕੀ ਸਕੋਪ ਹੈ, ਇਸ ਬਾਰੇ ਅਸੀਂ ਗੱਲ ਕਰਦੇ ਹਾਂ। हेलो मैम। हाय। कौन सी यूनिवर्सिटी को रिप्रेजेंट कर रहे हो आप? यूनिवर्सिटी ऑफ यूरोप फॉर अप्लाइड साइंसेस। दिस यूनिवर्सिटी इज़ इन जर्मनी। या ओके। सो मैम किस तरह का स्टूडेंट जो है वो आप इनवाइट कर रहे हो अपनी यूनिवर्सिटी में? लाइक क्या एलिजिबिलिटी क्राइटेरिया आप स्टूडेंट में देख रहे हो? बेसिकली वी आर लुकिंग एट 12th class students and graduate students, and for postgrad we have programs in business, sports, media, art and design, technology, etc. We do offer a master's in health sciences also. We do have programs in psychology as well, and we do have programs in logistics and transportation as well. And these are the areas which we cover. क्या कहाँ पे लोकेट करता है? We have 4 campuses. It's Hamburg, Potsdam, Iserlohn and Berlin. सो क्या अदर फैसिलिटीज़ की अगर मैं बात करूँ यूनिवर्सिटी की, तो क्या फैसिलिटीज़ स्टूडेंट को प्रोवाइड करवाई जाएगी वहाँ पर? Our career center is very active. बच्चों को करियर में बहुत सपोर्ट मिलता है, एंड एज द नेम सेज वी आर अप्लाइड साइंसेज, वी बिलीव इन प्रैक्टिकल स्टडीज। तो बच्चों को बहुत सारे इंटर्नशिप्स मिलते हैं ड्यूरिंग देयर बैचलर्स एंड मास्टर्स ऑल्सो, एंड अपार्ट फ्रॉम दैट वी ऑफर लॉट्स ऑफ स्कॉलरशिप्स, up to 50% scholarships we have, and we have 2 intakes generally, March and September, and for MBA we have 4 intakes. It's January, June, March and September. तो बच्चों के लिए ऑप्शंस काफ़ी सारे खुले रहते हैं। आइल्स की क्या रिक्वायरमेंट रहेगी? आइल्स इज बेसिकली वी आर लुकिंग एट 5.5 विद नो पॉइंट लेस देन 5, विच इज़ वेरी नॉमिनल आई बिलीव। इतना स्टूडेंट जो है हमारा स्टूडेंट कंफ्यूज होता है, 5.5 से ऊपर लेना है तो फिर टेंशन होती है, तो 5.5 कोई टेंशन नहीं है। सो अच्छे से रिप्लेसमेंट और प्रॉपर वो वाली फैसिलिटीज़ दी। हाँ, प्लेसमेंट्स में पूरा सपोर्ट मिलता है बच्चों को, एंड इंटर्नशिप्स में बहुत सपोर्ट मिलता है। इसीलिए हमारे यूजी बच्चे जो हैं उनकी एवरेज सैलरीज अराउंड 42 lakhs पर ईयर, एंड पीजीज के लिए इट्स अराउंड 50 lakhs पर ईयर। थैंक यू सो मच। माय प्लेजर। तो ਜਿਵੇਂ ਕਿ ਅੱਜ ਦੇ ਸੈਮੀਨਾਰਸ ਦੇ ਵਿੱਚ ਵੀਜ਼ਾ ਵੀ ਹੈਂਡਓਵਰ ਕੀਤੇ ਜਾ ਰਹੇ ਨੇ। ਅਭਿਸ਼ੇਕ ਨੇ ਮੇਰੇ ਨਾਲ, ਰਾਈਟ? ਕੈਨੇਡਾ ਦਾ ਵੀਜ਼ਾ ਆ ਗਿਆ, ਕੰਗ੍ਰੈਚੁਲੇਸ਼ਨ। थैंक यू मैम। ਸੋ ਅਭਿਸ਼ੇਕ ਕਦੋਂ ਜਾ ਰਿਹਾ? सितंबर इनटेक है? नो मैम, जुलाई इनटेक है। जुलाई इनटेक है। हो गई फ्लाइट वगैरह प्रॉपर? यस मैम। ओके, की प्रोफाइल क्या थी वो? मैम पहले तो मैंने से अप्लाई किया था, 2 टाइम रिफ्यूज़ था, तो उसके बाद अब यहाँ से लैंडमार्क से किया था, तो अब वीज़ा आ गया है। और 2 टाइम रिफ्यूज़ क्यों? रिफ्यूज़ल क्यों आ गई? मैम वही सेम रीज़न कि आप वापस नहीं जाओगे। ओके, अभी लिख दिया कि वापस आऊँगा। यस मैम। क्या स्टडी क्या किया है? मैम ग्रेजुएशन BCom ऑनर्स। बीकॉम ऑनर्स। कितने परसेंट मार्क्स थे? मैम अराउंड 80%। ओके, और IELTS बैंड्स? 7। तो इतने अच्छे बैंड्स में भी आपका रिफ्यूज़ है? पता नहीं मैम। ओके, सो लैंडमार्क का फिर कैसे पता चला? मैम बस वैसे ही 2 रिफ्यूज़ल आने के बाद सर्च करा था ऐसे ही तो फिर ऑनलाइन टाइम में वीज़ा आ गया?
18 दिन में आ गया था। 18 दिन में आ ਗਿਆ ਤਾਂ ਸੋ ਤੁਸੀਂ ਦੇਖ ਸਕਦੇ ਹੋ ਜੀ ਲਾਈਵ ਐਗਜ਼ਾਮਪਲ 2 ਟਾਈਮ ਰਿਫਿਊਜ਼ਲ ਉਸ ਤੋਂ ਬਾਅਦ 18 ਦਿਨ ਦੇ ਵਿੱਚ ਲੈਂਡਮਾਰਕ ਇਮੀਗ੍ਰੇਸ਼ਨ ਦੇ ਥਰੂ ਇਹਨਾਂ ਦਾ ਵੀਜ਼ਾ ਜਿਹੜਾ ਹੈ ਕਿਹੜੀ ਯੂਨੀਵਰਸਿਟੀ ਕਿਹੜੇ ਕਾਲਜ 'ਚ ਜਾ ਰਹੇ ਹੋ मैम UCW। ਓਕੇ ਸੋ ਪਹਿਲਾਂ ਵੀ ਇਹਨਾਂ 'ਚ ਹੀ ਅਪਲਾਈ ਕੀਤਾ ਸੀ ਕਿ ਹੁਣ ਕਾਲਜ ਚੇਂਜ ਕੀਤਾ नो मैम कॉलेज चेंज किया है ਕਾਲਜ ਚੇਂਜ ਕੀਤਾ ਹੈਗਾ ਆ ਸੋ ਕਿਹੜਾ ਕੋਰਸ ਹੈ मैम मास्ट MBA। ਸੋ ਪੂਰਾ ਸੈਟੀਸਫਾਈਡ ਹੋ ਲੈਂਡਮਾਰਕ ਦੀਆਂ ਫੈਸਿਲਿਟੀਜ਼ यस मैम। ਐਨੀ ਕੰਪਲੇਂਟ ਸੋ ਕਿੱਥੇ ਚੰਡੀਗੜ੍ਹ ਬ੍ਰਾਂਚ ਹੋ ਕਿੱਥੇ मैम ब्रांच तो मोहाली से, लेकिन आई एम फ्रॉम हरियाणा सोनीपत। ओके हरियाणा से आए हो ठीक है जी चलो एनीवेज कॉन्ग्रेचुलेशन दिस इज़ योर पासपोर्ट ਸੋ ਨਿੱਪੀ ਸਿੰਘ ਯੂਨੀਵਰਸਿਟੀ ਦੀ ਅਗਰ ਮੈਂ ਗੱਲ ਕਰਾਂ ਤੇ ਕਿੱਥੇ ਲੋਕੇਟ ਹੈਗੀ ਹੈ ਨਿੱਪੀ ਸਿੰਘ ਯੂਨੀਵਰਸਿਟੀ ਜਿਹੜੀ ਹੈਗੀ ਆ ਓਨਟਾਰੀਓ ਲੋਕੇਟਡ ਹੈਗੀ ਆ ਜਿਹੜਾ ਮੈਂ ਏਸ਼ੀਅਨ ਸਟੂਡੈਂਟਸ ਦੀ ਗੱਲ ਕਰ ਰਹੀ ਹਾਂ ਤੇ ਏਸ਼ੀਅਨ ਸਟੂਡੈਂਟ ਮੈਕਸਿਮਮ ਆਫ ਦੀ ਸਟੂਡੈਂਟ ਜਾਣਾ ਚਾਹੁੰਦਾ ਹੈ ਓਨਟਾਰੀਓ ਸੋ ਵੀ ਆਰ ਬੇਸਡ ਆਊਟ ਆਫ ਇਨ ਓਨਟਾਰੀਓ ਸਿਟੀ ਜਿਹੜੀ ਹੈਗੀ ਆ ਉਹ ਨਾਰਥ ਬੇ ਸਿਟੀ ਹੈਗੀ ਆ ਟੋਰੰਟੋ ਤੋਂ 3.5 ਆਵਰਸ ਜਰਨੀ ਹੈਗੀ ਆ ਨਾਲੇ ਫਰੋਮ ਮੌਂਟਰੀਅਲ ਇਟਸ ਅਗੇਨ 5 ਆਵਰਸ ਜਰਨੀ ਐਂਡ ਇਟਸ ਕਮਿੰਗ ਅੰਡਰ ਦ ਰੀਜਨਲ ਏਰੀਆ ਤੇ ਰੀਜਨਲ ਏਰੀਆ ਆਉਣ ਤੋਂ ਕਰਕੇ ਬੱਚਿਆਂ ਨੂੰ ਛੇਤੀ ਤੇ ਅਰਲੀ PR ਵੀ ਮਿਲ ਜਾਂਦੀ ਹੈ ਪਬਲਿਕ ਇੰਸਟੀਟਿਊਸ਼ਨ ਹੈਗਾ ਹੈ ਮੋਰ ਦੈਨ 100 ਇਅਰਸ ਦੀ ਹਿਸਟਰੀ ਹੈਗੀ ਹੈ ਅਪਾਰਟ ਫਰਮ ਫॉर ਨਿੱਪੀ ਸਿੰਘ ਯੂਨੀਵਰਸਿਟੀ ਓਕੇ ਸੋ ਰੀਜਨਲ ਏਰੀਆ ਕਈ ਵਾਰ ਸਾਡੇ ਸਟੂਡੈਂਟਸ ਥੋੜਾ ਜਿਹਾ ਘਬਰਾ ਜਾਂਦੇ ਕਿ ਲਾਈਕ ਰੀਜਨਲ ਏਰੀਆਜ਼ ਦੇ ਵਿੱਚ ਮੈਨੂੰ ਪਲੇਸਮੈਂਟ ਮਿਲੇਗੀ ਨਹੀਂ ਮਿਲੇਗੀ ਕੰਮ ਮਿਲੇਗਾ ਨਹੀਂ ਮਿਲੇਗਾ ਸੋ ਇਹ ਸਾਰੀਆਂ ਫੈਸਿਲਿਟੀਜ਼ ਉੱਥੇ ਈਜ਼ੀ ਹੈਗੀਆਂ ਨੇ ਕਿਉਂਕਿ ਰੀਜਨਲ 'ਚ ਅਸੀਂ ਹਮੇਸ਼ਾ ਕਹਿੰਦੇ PR ਤਾਂ ਈਜ਼ੀਲੀ ਮਿਲ ਹੀ ਜਾਂਦੀ ਹੈ ਨਾ ਕਿ ਬਿਕਾਜ਼ ਕੰਪੀਟੀਸ਼ਨ ਨਹੀਂ ਹੁੰਦਾ ਪਰ ਸਟੂਡੈਂਟ ਨੇ ਉੱਥੇ ਜਾ ਕੇ ਕੰਮ ਵੀ ਕਰਨਾ ਹੁੰਦਾ ਨਾਲ ਨਾਲ ਉਹ ਮਿਲ ਜਾਂਦਾ ਹੈ ਹਾਂਜੀ ਸ਼ੋਰ ਮੈਂ ਜੇ ਨਿੱਪੀ ਸਿੰਘ ਯੂਨੀਵਰਸਿਟੀ ਗੱਲ ਕਰਦੀ ਹਾਂ ਨਿੱਪੀ ਸਿੰਘ ਯੂਨੀਵਰਸਿਟੀ ਰੈਂਕ ਨੰਬਰ 1 ਕਰਦੀ ਹੈ ਇਨ ਕੈਨੇਡਾ ਫॉर द बेस्ट इन कैंपस रेसिडेंस फॉर द स्टूडेंट नंबर 1 रैंक कर दी है फॉर द स्टूडेंट सपोर्ट एंड सर्विसेज अगेन नंबर 1 रैंक कर टॉप 5 रैंक कर रही है फॉर द स्टूडेंट सैटिस्फैक्शन टॉप 5 स्टूडेंट सैटिस्फैक्शन ਤਾਂ ਕਰਕੇ ਆ ਰਹੀ ਕਿਉਂਕਿ ਆਪਾਂ ਜਿਹੜਾ EMPLOYMEंट ਹੈਗਾ ਉਹਨਾਂ ਨੂੰ ਇਨ ਕੈਂਪਸ ਆਫ ਕੈਂਪਸ ਬਹੁਤ EMPLOYMEंट ਅਸੀਂ ਆਪ ਪ੍ਰੋਵਾਈਡ ਕਰ ਰਹੇ ਹਾਂ ਉਹਨੇ ਕਿਸੇ ਹੋਰ ਲਾਈਕ ਸਿਟੀ ਟੂ ਸਿਟੀ ਘੁੰਮਣ ਦੀ ਲੋੜ ਨਹੀਂ ਹੈਗੀ ਫॉर ਜੌਬਸ ਲਈ ਇਨ ਕੈਂਪਸ ਜਿਹੜਾ ਬੱਚਾ ਕੰਮ ਕਰਦਾ ਪਿਆ ਆਪਾਂ ਉਹਨਾਂ ਨੂੰ ਹਾਇਰ ਵੇਜ ਰੇਟ ਪੇ ਕਰਦੇ ਪਏ ਅਕੋਰਡਿੰਗ ਟੂ ਦੀ ਜਨਰਲ ਵੇਜ ਰੇਟ ਸੋ 18 ਤੋਂ $20 ਪਰ ਘੰਟੇ ਦਾ ਕੰਮ ਆਪਾਂ ਯੂਨੀਵਰਸਿਟੀ ਦੇ ਅੰਦਰ ਉਹਨਾਂ ਨੂੰ ਪੇ ਕਰ ਰਹੇ ਹਾਂ ਪਰ ਆਵਰ ਵੇਅਰ ਦ ਜਨਰਲ ਵੇਜ ਰੇਟ ਇਨ ਕੈਨੇਡਾ ਇਜ਼ ਜਸਟ $10 to $15 ਪਰ ਆਵਰ ਯੈਸ ਅਗਰ ਤੁਸੀਂ ਨਿੱਪੀ ਸਿੰਘ ਯੂਨੀਵਰਸਿਟੀ ਨੂੰ ਚੂਜ਼ ਕਰਦੇ ਹੋ ਜਿਵੇਂ ਮੈਮ ਨੇ ਕਿਹਾ ਕਿ ਤੁਹਾਨੂੰ ਕੰਮ ਲੱਭਣ ਲਈ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਬਿਕਾਜ਼ ਕੈਂਪਸ ਦੇ ਅੰਦਰ ਹੀ ਤੁਹਾਨੂੰ ਜਿਹੜਾ ਉਹ ਕੰਮ ਮਿਲ ਜਾਏਗਾ ਸੋ ਮੈਮ ਕਿੱਦਾਂ ਦੇ ਸਟੂਡੈਂਟ ਨੂੰ ਇਨਵਾਈਟ ਕਰੋਗੇ ਤੁਸੀਂ UG PG ਬੋਥ ਸਟੂਡੈਂਟਸ ਆਰ ਕਮਿੰਗ ਟੂ ਨਿੱਪੀ ਸਿੰਘ ਯੂਨੀਵਰਸਿਟੀ UG ਵਿੱਚ ਸਾਡੇ ਕੋਲ ਬਹੁਤ ਇੱਦਾਂ ਦੇ ਕੋਰਸ ਹੈਗੇ ਜਿੱਥੇ ਮੈਥਸ ਦੀ ਰਿਕੁਆਇਰਮੈਂਟ ਨਹੀਂ ਹੈਗੀ ਬਿਜ਼ਨਸ ਕੋਰਸਿਸ ਨੇ ਵਿਦਆਊਟ ਮੈਥਸ ਮੈਡੀਕਲ ਕੋਰਸਿਸ ਨੇ ਵਿਦਆਊਟ ਮੈਥਸ ਦੈਨ ਆਰਟਸ ਵਾਲੇ ਸਟੂਡੈਂਟਸ ਲਈ ਅ ਲੋਟ ਆਫ ਕੋਰਸਿਸ ਵੀ ਹੈਵ ਤੇ ਸਕੋਲਰਸ਼ਿਪਸ ਆਰ ਆਲਸੋ ਅਵੇਲੇਬਲ ਫॉर द UG ਸਟੂਡੈਂਟਸ ਅਪਾਰਟ ਫਰੋਮ ਦੈਟ PG ਸਟੂਡੈਂਟਸ ਦੇ ਲਈ ਬਹੁਤ ਵਧੀਆ ਪ੍ਰੋਗਰਾਮਸ ਨੇ 2 years of post bachelor diplomas we have environmental sustainability health and social impact and बहुत छेती for the January intake we are coming with a new program that will be artificial intelligence so again it's a very good program for the PG students yes किस टाइम कौन सा intake September 2023 intake is open right now what about the IELTS we required 6.5 overall not less than 6 minimum we required for PG and UG both of the courses thank you so much always welcome thank you so much thank you Landmark Immigration thank you ਸੋ ਨਾਰਦਰਨ ਕਾਲਜ ਦੀ ਜੇਕਰ ਮੈਂ ਗੱਲ ਕਰਾਂ ਬਹੁਤ ਸਾਰੇ ਸਾਡੇ ਸਟੂਡੈਂਟਸ ਜਿਹੜੇ ਗਏ ਨੇ ਬਹੁਤ ਹੀ ਇੱਕ ਨਾਮ ਤੁਸੀਂ ਵੀ ਸੁਣਿਆ ਹੋਏਗਾ ਤੇ ਹੁਣ ਵੀ ਸਾਡੇ ਬਹੁਤ ਸਾਰੇ ਸਟੂਡੈਂਟਸ ਹੋਣਗੇ ਜੋ ਇਸ ਕਾਲਜ ਦੇ ਵਿੱਚ ਜਾਣਾ ਚਾਹੁੰਦੇ ਨੇ ਸੋ ਉਹਨਾਂ ਨੂੰ ਜਿਹੜੇ ਰਿਪਰੈਜ਼ੈਂਟ ਕਰ ਰਹੇ ਨੇ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਕੀ ਫੈਸਿਲਿਟੀ ਸਾਡੇ ਸਟੂਡੈਂਟਸ ਨੂੰ ਇਸ ਕਾਲਜ ਦੇ ਵਿੱਚ ਮਿਲਣ ਵਾਲੀਆਂ ਨੇ ਹੈਲੋ ਮੈਮ हेलो हाय गुड मॉर्निंग मैम नॉर्दर्न कॉलेज की अगर मैं बात करूँ तो क्या क्या फैसिलिटीज़ जो है हमारे स्टूडेंट्स को मिलेगी वहाँ पे Okay, first of all, I would just like to introduce a little bit about the Northern College. So Northern College is located in Timmins, which is in the province of Ontario, and we have 3 campuses which we offer to the students, which is the Timmins, the Haley Perry campus and the Kirkland Lake campus.
Yes, and what about the facilities? Yes, we do provide a lot of facilities to the students. We provide the scholarships to the students, but it is once they start their program in the college. With regard to accommodation, yes, we do have the homestay, and also, but the students do prefer the off-campus accommodation. So even with the off-campus accommodation, even with the off-campus accommodation, the college helps the student find their accommodation, and we have the faculty and students are, since the number of students are less, the faculty will know each and every student by their name and how they're progressing in their studies, which means more accessibility to the professors, to the students, to the professors also. And yes, also a very important factor is our tuition fees is much lower than the other colleges, okay, which could help the student decide to study at Northern. And also because we're a little away from Toronto, we have a low cost of living and also cheaper homes. So there are a lot of benefits to the students to study at the Northern College. If I talk about the eligibility criteria, किस तरह के student को invite करेगा? The basic eligibility criteria, the academic criteria, what we're looking at is if they are from the grade 12 background, we're looking at core subjects 50 and above, and if they are applying for the if they are from the bachelor's or the master's degree, we're looking at an overall percentage of 50 and above. Okay, coming to the IELTS, for undergrads, we're looking at 6 and 6 in all the modules, and for the postgrads, we're looking at 6.5 and 6 in all the modules. But also, we do provide 4 postgrad programs, which we are. Which the criteria is only 6 and 6 in all the modules, which is cybersecurity, the information systems business analysis program, then the global business entrepreneurship and technology program, and supply chain management. So all these 4 are very popular programs of Northern College. So thank you so much, ma'am. Thank you. Have a great day ahead. Cheers. ਸੋ ਮੇਰੇ ਨਾਲ ਨੇ ਰੁਪਿੰਦਰ ਕੌਰ ਜਿਨ੍ਹਾਂ ਦਾ ਟੂਰਿਸਟ ਵੀਜ਼ਾ ਜੋ ਹੈ ਕੈਨੇਡਾ ਦਾ ਆ ਰਿਹਾ ਹੈ। ਸੋ ਪਹਿਲਾਂ ਜੀ ਮੁਬਾਰਕਾਂ, ਕੈਨੇਡਾ ਜਾ ਰਹੇ ਹੋ, ਫਸਟ ਟਾਈਮ ਜਾ ਰਹੇ ਹੋ? ਹਾਂਜੀ। ਓਕੇ, ਕੋਈ ਰਹਿੰਦਾ ਉੱਥੇ? ਹਾਂਜੀ, ਬੇਟੀ ਹੈ ਜੀ। ਬੇਟੀ ਹੈ, ਹਾਂਜੀ। ਓਕੇ, बेटी प्रॉपर सेटल हो गई? हाँ जी, वर्क परमिट दे आपसी से गई थी इधर से लैंडमार्क से। ਤੁਹਾਡਾ ਨਹੀਂ ਆਇਆ ਵੀਜ਼ਾ? नहीं आया। ਤੁਹਾਡਾ ਨਹੀਂ ਆਇਆ, ਚਲੋ ਕੋਈ ਗੱਲ ਨਹੀਂ, ਆ ਜਾਏਗਾ। ਸੋ ਪਹਿਲਾਂ ਇਕੱਲੇ ਜਾਓਗੇ ਕਿ ਇਹਨਾਂ ਦੇ ਵੀਜ਼ੇ ਦੀ ਵੇਟ? ਇਕੱਠੇ ਹੀ ਜਾਓਗੇ। ਇਕੱਠੇ ਜਾਓਗੇ, ਓਕੇ ਠੀਕ ਹੈ। ਕਿੰਨੀ ਦੇਰ ਦਾ ਆਇਆ ਵੀਜ਼ਾ? 10 साल। 10 साल। ਹਾਂਜੀ। ਠੀਕ ਹੈ, ਤੇ ਬੇਟੀ ਉੱਥੇ ਪ੍ਰੋਪਰ ਸੈਟਲ ਹੈ? ਹਾਂਜੀ। ਓਕੇ, ਸੋ ਲੈਂਡਮਾਰਕ ਬਾਰੇ ਕੁਝ ਕਹਿਣਾ ਚਾਹੋਗੇ ਤੁਸੀਂ? अदरवाइज लैंडमार्क इज बेस्ट, और सानू 3-4 साल ਦਾ ਐਕਸਪੀਰੀਅੰਸ ਹੈ, ਸਭ ਤੋਂ ਵਧੀਆ ਲੈਂਡਮਾਰਕ ਇਜ਼ ਬੈਸਟ। ਸੋ ਤਾਂ ਕਰਕੇ ਤੁਸੀਂ ਲੈਂਡਮਾਰਕ? ਹਾਂਜੀ। ਚਲੋ ਜੀ, ਕੰਗ੍ਰੈਚੁਲੇਸ਼ਨ। ਆਲੋ ਜੀ ਤੁਹਾਡਾ ਪਾਸਪੋਰਟ। ਥੈਂਕ ਯੂ। ਸੋ ਆਈ ਹੋਪ ਤੁਹਾਡਾ ਵੀ ਜਲਦੀ ਆ ਜਾਏਗਾ। ਸੋ ਰਣਸ਼ੇਰ ਸਿੰਘ ਨੇ ਮੇਰੇ ਨਾਲ, ਇਹਨਾਂ ਦਾ ਓਪਨ ਵਰਕ ਪਰਮਿਟ ਦਾ ਵੀਜ਼ਾ ਆਇਆ। ਸੋ ਪਹਿਲਾਂ ਤਾਂ ਕੰਗ੍ਰੈਚੁਲੇਸ਼ਨ। ਥੈਂਕ ਯੂ ਮੈਮ। ਸੋ ਕੈਨੇਡਾ ਦਾ ਤੁਹਾਡਾ ਓਪਨ ਵਰਕ ਪਰਮਿਟ ਆਇਆ, ਵਾਈਫ ਰਹਿੰਦੇ ਨੇ ਉੱਥੇ? ਜੀ ਮੈਮ। ਸੋ ਕਦੋਂ ਗਏ ਸੀਗੇ ਵਾਈਫ? ਉਹ ਮੈਮ ਜਨਵਰੀ ਇਨਟੇਕ ਦੇ ਵਿੱਚ ਗਏ ਸੀ। ਜਨਵਰੀ ਇਨਟੇਕ ਦੇ ਵਿੱਚ ਗਏ ਸੀ, ਲਾਈਕ ਮਤਲਬ 6 ਮਹੀਨੇ ਹੋਏ ਉਹਨਾਂ ਨੂੰ? 3 ਮੰਥ ਮੈਮ। 3 ਮੰਥ ਤੋਂ ਬਾਅਦ ਹੀ ਤੁਹਾਡਾ ਵੀਜ਼ਾ ਆ ਗਿਆ। ਸੋ ਬਿਲਕੁਲ ਜੀ, ਸਟੂਡੈਂਟਸ ਜਿਵੇਂ ਕਿ ਬਾਕੀ ਵੀ ਦੇਖ ਰਹੇ ਨੇ, ਬਹੁਤ ਜਗ੍ਹਾ ਤੇ ਸਾਨੂੰ ਆਉਂਦੀ ਹੈ, ਮੈਸੇजेस ਆਉਂਦੇ ਨੇ ਕਿ ਸਾਲ 2-2 ਸਾਲ ਹੋ ਗਏ ਨੇ, ਸਪਾਊਸ ਦਾ ਵੀਜ਼ਾ ਨਹੀਂ ਆ ਰਿਹਾ। ਸੋ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਲਾਈਵ ਐਗਜ਼ਾਮਪਲ, 3 ਮਹੀਨੇ ਬਾਅਦ ਹੀ ਇਹਨਾਂ ਦਾ ਵੀਜ਼ਾ ਆਇਆ ਹੈਗਾ। ਸੋ ਵਾਈਫ ਕਿੱਥੇ ਨੇ, ਕਿਹੜੇ ਕਾਲਜ ਨੇ? ਮੈਮ ਉਹ ਵਿੰਡਸਰ ਹੈ, ਸੈਂਟ ਕਲੀਅਰ ਕਾਲਜ ਹੈ। ਕਾਲਜ ਦੇ ਵਿੱਚ ਹੈਗੇ ਨੇ। ਸੋ ਉਹਨਾਂ ਨੇ ਵੀ ਲੈਂਡਮਾਰਕ ਤੋਂ ਹੀ ਲਗਵਾਇਆ ਸੀ? ਜੀ ਮੈਮ, ਉਹਨਾਂ ਦੀ ਮੈਮ 1 ਟਾਈਮ ਰਿਫਿਊਜ਼ਲ ਸੀ ਐਂਡ 4 ਈਅਰ ਦਾ ਗੈਪ ਸੀ। ਉਸ ਤੋਂ ਬਾਅਦ ਲੈਂਡਮਾਰਕ ਟੀਮ ਨਾਲ ਸਾਡਾ ਸੰਪਰਕ ਹੋਇਆ, ਉਸ ਤੋਂ ਬਾਅਦ ਉਹਨਾਂ ਦਾ ਵੀਜ਼ਾ ਗ੍ਰਾਂਟ ਹੋਇਆ। ਓਕੇ, ਰਿਫਿਊਜ਼ਲ ਕਿਤੇ ਹੋਰ ਆਈ ਸੀ? ਮੈਮ ਰਿਫਿਊਜ਼ਲ ਕਿਤੇ ਹੋਰ ਆਈ ਸੀ। ਠੀਕ ਹੈ, ਤੇ ਲੈਂਡਮਾਰਕ ਦਾ ਫਿਰ ਕਿੱਦਾਂ ਪਤਾ ਲੱਗਾ ਸੀ ਤੁਹਾਨੂੰ? ਲੈਂਡਮਾਰਕ ਦਾ ਮੈਮ ਮੇਰੇ ਫਰੈਂਡ ਦਾ ਰੈਫਰੈਂਸ ਪਈ ਸੀ, ਉਹਦਾ ਪਹਿਲਾਂ ਵੀਜ਼ਾ ਗ੍ਰਾਂਟ ਕੀਤਾ ਸੀ। ਓਕੇ ਓਕੇ, ਤੇ ਉਸ ਤੋਂ ਬਾਅਦ ਤੁਸੀਂ ਲੈਂਡਮਾਰਕ, ਤੇ ਹੁਣ ਲੈਂਡਮਾਰਕ ਬਾਰੇ ਕੁਝ ਕਹਿਣਾ ਚਾਹੋਗੇ? ਜੀ ਮੈਮ, ਵੈਰੀ ਐਕਸੀਲੈਂਟ ਸਟਾਫ ਹੈ ਮੈਮ, ਬਹੁਤ ਹੀ ਵਧੀਆ, ਪੋਲਾਈਟ ਨੇਚਰ। ਸਪੈਸ਼ਲੀ ਥੈਂਕਸ ਫॉर ਰਵੀ ਸਰ, ਜਲੰਧਰ ਬ੍ਰਾਂਚ। ਉਹਨਾਂ ਨੇ ਮਤਲਬ ਸਾਡੀ ਬਹੁਤ ਹੈਲਪ ਕੀਤੀ, ਐਜ਼ ਅ ਲਾਈਕ ਫਰੈਂਡਲੀ ਨੇਚਰ ਆ ਉਹਨਾਂ ਦਾ। ਜੀ ਮੈਮ। ਜੀ ਚਲੋ, ਕੰਗ੍ਰੈਚੁਲੇਸ਼ਨ। ਜਲਦੀ ਪਹੁੰਚੋ ਆਪਣੀ ਵਾਈਫ ਦੇ ਕੋਲ।